ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਅਸੀਂ ਸੂਰਜ ਪ੍ਰਕਾਸ਼ ਵਿੱਚੋਂ ਸਰਵਣ ਕਰ ਰਹੇ ਹਾਂ। ਨਾਨਕ ਨੂੰ ਚਪੇੜ ਵੱਜਣ ਦੀ ਖਬਰ ਰਾਏ ਪੁਲਾਰ ਨੇ ਸੁਣੀ ਤਾਂ ਮਹਿਤਾ ਕਾਲੂ ਜੀ ਨੂੰ ਬੁਲਾਇਆ। ਕਾਲੂ ਜੀ, ਕੀ ਗੱਲ ਹੈ? ਨਾਨਕ ਨੂੰ ਕੱਲ ਚਪੇੜ ਕਿਉਂ ਮਾਰੀ ਸੀ? ਰਾਏ ਪੁਲਾਰ ਜੀ, ਕੀ ਦੱਸਾਂ, ਬੜਾ ਦੁਖੀ ਹੋ ਗਿਆ ਹਾਂ। ਮੈਂ ਨਾਨਕ ਨੂੰ 20 ਰੁਪਏ ਦੇ ਕੇ ਸੱਚਾ ਸੌਦਾ ਕਰਨ ਭੇਜਿਆ ਸੀ, ਪਰ ਉਸਨੇ 20 ਰੁਪਏ ਦਾ ਸਾਧੂ ਸੰਤਾਂ ਨੂੰ ਭੋਜਨ ਕਰਵਾ ਦਿੱਤਾ, ਲੰਗਰ ਛਕਾ ਦਿੱਤਾ। ਤੇ ਰਾਏ ਪੁਲਾਰ ਜੀ ਮਹਿਤਾ ਕਾਲੂ ਨੂੰ ਕਹਿਣ ਲੱਗੇ, ਮਹਿਤਾ ਕਾਲੂ ਜੀ, ਤੁਸੀਂ ਨਾਨਕ ਨੂੰ ਸਮਝਣ ਦਾ ਯਤਨ ਨਹੀਂ ਕੀਤਾ। ਤੁਹਾਡੀਆਂ ਅੱਖੀਆਂ 'ਤੇ ਮਾਇਆ ਜਾਲ ਪਿਆ ਹੋਇਆ ਹੈ। ਮਾਇਆ ਦੇ ਮੋਹ ਵਿੱਚ ਖੁਦਾ ਨੂੰ ਨਹੀਂ ਦੇਖ ਸਕਦੇ। ਤੁਹਾਨੂੰ ਅੱਗੇ ਵੀ ਆਖਿਆ ਸੀ ਤੇ ਹੁਣ ਵੀ ਕਹਿੰਦਾ ਹਾਂ, ਤੂੰ ਆਪਣਾ ਦਿਲ ਛੋਟਾ ਨਾ ਕਰ। ਉਹਨਾਂ 20 ਰੁਪਏ ਦੇ ਬਦਲੇ ਮੈਂ ਤੈਨੂੰ ਹਜ਼ਾਰਾਂ ਦੇ ਦਿੰਦਾ ਹਾਂ, ਪਰ ਤੂੰ ਆਪਣੇ ਹਿਰਦੇ ਨੂੰ ਠੰਡਾ ਰੱਖ, ਕਿਉਂਕਿ ਗੁਰੂ ਨਾਨਕ ਪੀਰਾਂ ਦਾ ਪੀਰ ਹੈ ਤੇ ਉਸ ਦਾ ਮੂੰਹ ਨਾ ਫਟਕਾਰ, ਤੂੰ ਤਰ ਜਾਵੇਗਾ। ਕਾਲੂ, ਮੈਨੂੰ ਦੁੱਖ ਹੋਇਆ ਕਿ ਤੂੰ ਪੁੱਤਰ ਜਾਣ ਕੇ ਖੁਦਾ ਨੂੰ ਚਪੇੜ ਮਾਰੀ ਹੈ, ਜਿਸ ਨੂੰ ਜ਼ਹਿਰੀਲੇ ਫਨੀਅਰ ਸੱਪ ਦੀ ਛਾਂ ਕਰਦੇ ਨੇ, ਜਿਸ ਦੀ ਖਾਤਰ ਰੁੱਖ ਦਾ ਪਰਛਾਵਾਂ ਇੱਕ ਥਾਂ 'ਤੇ ਖਲੋ ਜਾਂਦਾ ਹੈ, ਜਿਸ ਦੇ ਬਚਨਾਂ ਨਾਲ ਉਜੜੀਆਂ ਖੇਤੀਆਂ ਹਰੀਆਂ ਹੋ ਗਈਆਂ, ਪਸ਼ੂਆਂ ਦੇ ਖੁਰ ਦੇ ਨਾਮੋ ਨਿਸ਼ਾਨ ਮਿਟ ਗਏ। ਸਭ ਕੁਝ ਅੱਖੀਂ ਵੇਖ ਕੇ ਵੀ ਸਮਝ ਨਹੀਂ ਆਈ। ਰਾਏ ਜੀ, ਸੱਚ ਕਹਿੰਦੇ ਹੋ, ਪਰ ਮੈਂ ਕੀ ਕਰਾਂ? ਤੁਸੀਂ ਆਪ ਹੀ ਇਸ ਦਾ ਕੋਈ ਉਪਾਅ ਕਰੋ। ਕਿਸੇ ਕੰਮ ਕਾਰ 'ਤੇ ਲਾਓ, ਜਿਸ ਨਾਲ 4 ਪੈਸੇ ਕਮਾਵੇ। ਬੇਲਾ ਲੂਟਰ ਫਿਰਦਾ ਚੰਗਾ ਨਹੀਂ ਲੱਗਦਾ। ਅੱਛਾ, ਮੈਂ ਇਸ ਵਾਸਤੇ ਕੁਝ ਸੋਚਾਂਗਾ। ਰਾਏ ਪੁਲਾਰ ਜੀ ਨੇ ਆਖ ਕੇ ਕਾਲੂ ਜੀ ਨੂੰ ਘਰ ਭੇਜ ਦਿੱਤਾ। ਕੁਝ ਸਮਾਂ ਲੰਘਿਆ ਗਿਆ। ਦੀਵਾਨ ਜੈ ਰਾਮ ਜੀ ਤਲਵੰਡੀ ਆਏ ਨਾਨਕ ਨੂੰ ਲੈ ਜਾਣ ਵਾਸਤੇ, ਤਾਂ ਰਾਏ ਪੁਲਾਰ ਨੂੰ ਵੀ ਮਿਲੇ। ਰਾਏ ਪੁਲਾਰ ਨੇ ਉਹ ਗੱਲ ਯਾਦ ਰੱਖੀ ਹੋਈ ਸੀ। ਨਾਨਕ ਨੂੰ ਕੰਮ 'ਤੇ ਲਾਉਣ ਦੀ ਮੌਕਾ ਚੰਗਾ ਜਾਣ ਕੇ ਸਾਰੀ ਗੱਲਬਾਤ ਰਾਏ ਨੇ ਜੈਰਾਮ ਨੂੰ ਦੱਸੀ ਤੇ ਆਖਿਆ ਕਿ ਮੇਰਾ ਵਿਚਾਰ ਹੈ, ਤੁਸੀਂ ਨਾਨਕ ਨੂੰ ਨਾਲ ਲੈ ਜਾਓ। ਉੱਥੇ ਸ਼ਾਇਦ ਨਵਾਬ ਕੋਲ ਕੋਈ ਐਸਾ ਕੰਮਕਾਰ ਨਿਕਲ ਆਵੇਗਾ ਜਿਸ 'ਤੇ ਨਾਨਕ ਦਾ ਮਨ ਮੰਨ ਜਾਵੇਗਾ, ਤਾਂ ਇਸ ਕਾਰ ਵਿਹਾਰ ਵਿੱਚ ਲਾ ਦਈਓ। ਇਸ 'ਤੇ ਵਿਚਾਰ ਹੋ ਕੇ ਫੈਸਲਾ ਪੱਕਾ ਹੋ ਗਿਆ ਤੇ ਨਾਨਕ ਨੂੰ ਜੈਰਾਮ ਜੀ ਨਾਲ ਸੁਲਤਾਨਪੁਰ ਭੇਜ ਦਿੱਤਾ ਗਿਆ। ਇਹ ਗੱਲ ਸੰਮਤ 1541 ਦੀ ਹੈ। ਭਾਈਆ ਜੈਰਾਮ ਨੇ ਪੂਰੀ ਕੋਸ਼ਿਸ਼ ਕਰਕੇ ਨਾਨਕ ਜੀ ਨੂੰ ਸੁਲਤਾਨਪੁਰ ਵਿੱਚ ਨਵਾਬ ਦੌਲਤ ਖਾਨ ਦੇ ਮੋਦੀਖਾਨੇ ਵਿੱਚ ਲਵਾ ਦਿੱਤਾ। ਮੋਦੀਖਾਨੇ ਵਿੱਚ ਰਹਿ ਕੇ ਗੁਰਦੇਵ ਜੀ ਨੇ ਸੰਸਾਰ ਨੂੰ ਇੱਕ ਬੋਲ ਤੇ ਪੂਰਾ ਤੋਲ ਸੱਚ ਦੀ ਵਣਜ ਵਪਾਰ ਦੀ ਸੋਝੀ ਦਿੱਤੀ ਤੇ ਸਬਕ ਸਿਖਾਇਆ। ਇੱਥੇ ਹੀ ਪੁਰਾਤਨ ਜਨਮ ਸਾਖੀ ਦੇ ਕਥਨ ਅਨੁਸਾਰ ਇੱਕ ਸਾਧੂ ਆਟਾ ਲੈਣ ਆਇਆ। ਸ਼੍ਰੀ ਗੁਰੂ ਨਾਨਕ ਦੇਵ ਜੀ ਧਾਰਨਾ ਤੋਲ ਤੋਲ ਕੇ ਪਾਉਂਦੇ ਗਏ। ਜਦੋਂ ਗਿਣਤੀ 13 ਤੇ ਆਈ ਤਾਂ ਆਪ ਸ਼ੁਕਰਾਨੇ ਵਿੱਚ 13 13 13 ਕਹੀ ਜਾਣ ਅਤੇ ਧਾਰਨਾ ਪਾਈ ਜਾਣ। ਉਹ ਸਾਧ ਹੈਰਾਨ ਹੋ ਕੇ ਬੋਲ ਪਿਆ, ਨਾਨਕ ਜੀ, ਕੀ ਕਰ ਰਹੇ ਹੋ? ਅੱਗੋਂ ਗਿਣਨਾ ਨਹੀਂ ਆਉਂਦਾ, 13 ਤੇ ਹੀ ਅਟਕੇ ਹੋਏ ਹੋ। ਇਸ ਤਰ੍ਹਾਂ ਤੋਲਣ ਨਾਲ ਮੋਦੀਖਾਨਾ ਅੱਜ ਵੀ ਉਜੜਿਆ ਤੇ ਕੱਲ੍ਹ ਵੀ ਉਜੜਿਆ। ਸਮਝੋ ਇਹ ਵਸਦਾ ਨਹੀਂ। ਗੁਰਦੇਵ ਜੀ ਮੁਸਕਰਾਏ ਤੇ ਕਹਿਣ ਲੱਗੇ, ਕਰਤਾਰ ਭਲੀ ਕਰੇਗਾ। ਰੱਬ ਦੇ ਬੰਦਿਆਂ ਖੁਦਾ ਦੇ ਨਾਂ ਤੇ 13 13 ਕਰਦਿਆਂ ਵਾਧਾ ਹੁੰਦਾ ਹੈ, ਥੋੜ ਨਹੀਂ ਆਉਂਦੀ। ਇਹ ਸੰਸਾਰ ਤਾਂ ਮੇਰਾ ਮੇਰਾ ਕਰਕੇ ਦੁਖੀ ਹੋ ਰਿਹਾ ਹੈ। ਇੱਥੇ ਹੀ ਰਹਿੰਦਿਆਂ ਇੱਕ ਅਨੋਖੀ ਘਟਨਾ ਵਾਪਰੀ। ਸੁਲਤਾਨਪੁਰ ਦੇ ਲਾਗੇ ਇੱਕ ਮੈਲਸੀਹਾ ਪਿੰਡ ਵਿੱਚ ਦੇਵੀ ਦੇ ਭਗਤ ਭਗੀਰਥ ਰਹਿੰਦਾ ਸੀ। ਉਹ ਦੇਵੀ ਦੀ ਭਗਤੀ ਦਿਨ ਰਾਤ ਕਰਦਾ ਰਹਿੰਦਾ ਸੀ।
ਤੇ ਇੱਕ ਦਿਨ ਚੰਡਿਕਾ ਉਸ ਦੇ ਸੁਪਨੇ ਵਿੱਚ ਆ ਕੇ ਕਹਿ ਰਹੀ ਹੈ ਕਿ ਤੇਰਾ ਮਨੋਰਥ ਪੂਰਾ ਕਰਨ ਵਾਲਾ ਨਾਨਕ ਹੈ, ਤੂੰ ਉਸ ਦੀ ਚਰਨੀ ਲੱਗ ਜਾ। ਸੁਲਤਾਨਪੁਰ ਵਿੱਚ ਦੁਕਾਨ ਕਰਦਾ ਹੈ ਤੇ ਆਪਣਾ ਆਪ ਛੁਪਾਈ ਰੱਖਦਾ ਹੈ, ਤੂੰ ਉੱਥੇ ਚਲਾ ਜਾ। ਭਗੀਰਥ ਉਬੜ ਵਿਹਾ ਉੱਠਿਆ ਤੇ ਸੁਲਤਾਨਪੁਰ ਆ ਗਿਆ। ਹਿਰਦਾ ਪ੍ਰੇਮ ਨਾਲ ਭਰਪੂਰ ਸੀ। ਅੱਗੋਂ ਵੇਖਿਆ ਤਾਂ ਮੋਦੀਖਾਨੇ ਵਿੱਚ ਬੜੀ ਭੀੜ ਸੌਦਾ ਲੈਣ ਵਾਲਿਆਂ ਦੀ ਸੀ। ਇਹ ਦਰਸ਼ਨਾਂ ਲਈ ਉਤਾਵਲਾ ਹੋ ਕੇ ਆਇਆ ਸੀ। ਬੜਾ ਵਿਆਕੁਲ, ਪ੍ਰੇਮ ਵਿੱਚ ਤਨ ਦੀ ਵੀ ਸੁੱਧ ਨਹੀਂ। ਆਖਰ ਜਾਣੀ ਜਾਣ ਨੂੰ ਸਮਾਂ ਬਿਤਾ ਡੰਡੋਤ ਵੰਦਨ ਹੋ ਕੇ ਭਗੀਰਥ ਨੇ ਡੰਡੋਤ ਕੀਤੀ। ਮਹਾਰਾਜ ਨੇ ਆਪਣਾ ਪਵਿੱਤਰ ਹੱਥ ਛੁਆ ਕੇ ਬਾਂਹ ਤੋਂ ਫੜ ਕੇ ਉਠਾਇਆ ਤੇ ਪੁੱਛਿਆ, ਕੌਣ ਹੈ, ਕਿੱਥੋਂ ਆਇਆ ਹੈ ਤੇ ਕੀ ਮਨੋਰਥ ਹੈ ਤੇਰਾ? ਭਗੀਰਥ ਬੋਲਿਆ, ਮਹਾਰਾਜ ਮੇਰਾ ਇੱਥੇ ਮਲਸੀਹਾ ਪਿੰਡ ਵਿੱਚ ਘਰ ਹੈ। ਕਾਲਿਕਾ ਦਾ ਮੈਂ ਉਪਾਸਕ ਹਾਂ। ਉਸਨੇ ਅੱਜ ਰਾਤ ਨੂੰ ਸੁਪਨੇ ਵਿੱਚ ਆਪ ਜੀ ਦੀ ਸੋਝੀ ਦਿੱਤੀ ਹੈ। ਆਪ ਜੀ ਦੀ ਸ਼ਰਨ ਆਇਆ ਹਾਂ। ਇਸ ਤਰ੍ਹਾਂ ਇੱਥੇ ਭਗੀਰਥ ਨੇ ਆ ਕੇ ਮਹਾਰਾਜ ਜੀ ਦੀ ਸ਼ਰਨ ਲਈ ਸਿੱਖ ਬਣਿਆ। ਇੱਥੇ ਹੀ ਮਰਦਾਨਾ ਤਲਵੰਡੀ ਤੋਂ ਆਇਆ। ਸਾਰੇ ਸੁਖ ਸੁਨੇਹੇ ਦਿੱਤੇ ਤਲਵੰਡੀ ਦੇ। ਮਰਦਾਨੇ ਨੂੰ ਮਹਾਰਾਜ ਨੇ ਆਉਣ ਦਾ ਕਾਰਨ ਪੁੱਛਿਆ ਤਾਂ ਮਰਦਾਨੇ ਨੇ ਦੱਸਿਆ ਕਿ ਮੇਰੀ ਲੜਕੀ ਦੀ ਸ਼ਾਦੀ ਹੈ ਤੇ ਮੇਰੇ ਪਾਸ ਕੁਝ ਨਹੀਂ ਹੈ। ਮਰਦਾਨੇ ਦੀ ਗੱਲ ਸਮਝ ਕੇ ਮਹਾਰਾਜ ਨੇ ਭਗੀਰਥ ਨੂੰ ਆਖਿਆ ਕਿ ਤੂੰ ਲਾਹੌਰ ਜਾ, ਇਸ ਕੋਲੋਂ ਵਸਤਾਂ ਲਿਖ ਲੈ, ਜੋ ਚਾਹੀਦੀਆਂ ਹਨ ਧਨ ਲੈ ਜਾ ਤੇ ਉੱਥੋਂ ਲੈ ਆਓ, ਪਰ ਇੱਕ ਰਾਤ ਤੋਂ ਵੱਧ ਉੱਥੇ ਨਹੀਂ ਠਹਿਰਨਾ। ਜਲਦੀ ਸਮਾਨ ਲੈ ਕੇ ਵਾਪਸ ਆ ਜਾਵੀਂ। ਹੁਕਮ ਦੀ ਪਾਲਣਾ ਕਰਨ ਲਈ ਭਗੀਰਥ ਤੁਰ ਪਿਆ। ਸੀਸ ਨਵਾ ਕੇ ਲਾਹੌਰ ਪਹੁੰਚਿਆ ਇੱਕ ਸ਼ਾਹੂਕਾਰ ਦੀ ਦੁਕਾਨ ਤੇ, ਜਿਸ ਦਾ ਨਾਮ ਮਨਸੁਖ ਸੀ। ਇਹ ਬੜਾ ਧਨਵਾਨ ਤੇ ਸਭ ਪਾਸੇ ਵਪਾਰ ਚੱਲਦਾ ਸੀ। ਉਸ ਨਾਲ ਗੱਲਬਾਤ ਕੀਤੀ। ਉਸ ਨੂੰ ਕਿਹਾ ਕਿ ਮੈਨੂੰ ਜਲਦੀ ਤੋਂ ਜਲਦੀ ਸਾਰਾ ਸਮਾਨ ਦੇ ਦੇ, ਮੈਂ ਵਾਪਸ ਜਲਦੀ ਜਾਣਾ ਹੈ। ਮਨਸੁਖ ਨੇ ਭਗੀਰਥ ਦਾ ਸਨਮਾਨ ਕੀਤਾ ਤੇ ਕਿਹਾ, ਹੁਣ ਸੰਧਿਆ ਹੋ ਗਈ ਹੈ, ਆਰਾਮ ਕਰੋ, ਸਵੇਰੇ ਸਭ ਚੀਜ਼ਾਂ ਵਸਤਾਂ ਲੈ ਦਿਆਵਾਂਗਾ, ਪਰ ਚੂੜਾ ਬਣਵਾਉਣ ਲਈ ਦੇਰ ਲੱਗ ਜਾਵੇਗੀ। ਭਗੀਰਥ ਨੇ ਆਖਿਆ, ਸ਼ਾਹ ਜੀ ਗੱਲ ਪੁੱਠੀ ਹੈ, ਮੈਂ ਦੂਸਰੀ ਰਾਤ ਰਹਿ ਨਹੀਂ ਸਕਦਾ, ਮੇਰਾ ਸਾਰਾ ਜਨਮ ਬਰਬਾਦ ਹੋ ਜਾਵੇਗਾ। ਸ਼ਾਹ ਕਹਿਣ ਲੱਗਾ, ਇਹ ਮੇਰੇ ਮਨ ਵਿੱਚ ਸੰਸਾ ਪਿਆ ਦਿੱਤਾ ਹੈ, ਇਸ ਨੂੰ ਨਿਵਰਤ ਕਰਨਾ। ਜਿਹੜਾ ਕੋਈ ਰਾਜਾ ਆਦਿਕ ਵਸਤਾਂ ਲੈਣ ਮਨੁੱਖ ਨੂੰ ਭੇਜਦਾ ਹੈ, ਉਹ ਇਹ ਕਿਵੇਂ ਆਖੇ ਕਿ ਮੇਰਾ ਜਨਮ ਬਰਬਾਦ ਹੋ ਜਾਵੇਗਾ। ਭਗੀਰਥ ਕਹਿੰਦਾ, ਮੇਰਾ ਜਨਮ ਬਰਬਾਦ ਹੋ ਜਾਵੇਗਾ ਕਿਉਂਕਿ ਮੇਰਾ ਸਤਿਗੁਰ ਪੂਰਾ ਹੈ ਤੇ ਮੇਰੇ ਸਤਿਗੁਰ ਦਾ ਇਹ ਹੁਕਮ ਹੈ ਤੇ ਮੈਂ ਆਪਣੇ ਸਤਿਗੁਰ ਦੇ ਹੁਕਮ ਦੀ ਉਲੰਘਣਾ ਨਹੀਂ ਕਰ ਸਕਦਾ। ਮਨਸੁਖ ਕਹਿੰਦਾ ਕਿ ਉਹ ਕਿਹੜਾ ਗੁਰੂ ਪੀਰ ਹੈ ਜੋ ਇੰਨਾ ਪੂਰਾ ਹੈ ਕਿ ਤੁਸੀਂ ਉਸ ਦੀ ਗੱਲ ਦੀ ਉਲੰਘਣਾ ਨਹੀਂ ਕਰ ਸਕਦੇ। ਮਨਸੁਖ ਦੀ ਇਹ ਗੱਲ ਸੁਣ ਕੇ ਭਾਗੀਰਥ ਨੇ ਕਿਹਾ, ਮੇਰੀ ਗੱਲ ਤੇ ਵਿਸ਼ਵਾਸ ਕਰ, ਜਿਸ ਦੀ ਮੈਂ ਪ੍ਰਸ਼ੰਸਾ ਕਰਦਾ ਹਾਂ ਉਸ ਤੇ ਪੂਰੀ ਸ਼ਰਧਾ ਧਾਰਨ ਕਰੋ, ਜਗਤ ਤੇ ਕੁਬੰਧਨ ਕੱਟ ਦੇਵੇਗਾ। ਕਲੀ ਕਾਲ ਵਿੱਚ ਆਪ ਸ਼੍ਰੀ ਕਰਤਾਰ ਜੀ ਮਨੁੱਖੀ ਜਾਮੇ ਵਿੱਚ ਜੀਵਾਂ ਦੀ ਕਲਿਆਣ ਕਰਨ ਹਿੱਤ ਆਏ ਹਨ। ਇਹ ਸੁਣ ਕੇ ਮਨਸੁਖ ਬੜਾ ਹੀ ਖੁਸ਼ ਹੋਇਆ ਤੇ ਕਹਿਣ ਲੱਗਾ, ਮੈਂ ਤਾਂ ਇਹੋ ਜਿਹੇ ਬਹੁਤ ਹੀ ਸਾਧ ਦੇਖੇ ਹਨ, ਪਰ ਜਦ ਤੱਕ ਕੋਈ ਵੀ ਕਰਾਮਾਤ ਮੈਂ ਨਹੀਂ ਦੇਖ ਲੈਂਦਾ, ਮੈਂ ਕਿਸ ਤਰ੍ਹਾਂ ਯਕੀਨ ਕਰ ਸਕਦਾ ਹਾਂ। ਭਗੀਰਥ ਕਹਿਣ ਲੱਗਾ, ਸ਼ਾਹ ਜੀ ਦਿਲ ਦੀਆਂ ਹੁਜਤਾਂ ਦੂਰ ਕਰੋ, ਸ਼ਰਧਾ ਨਾਲ ਚੱਲ ਕੇ ਦਰਸ਼ਨ ਕਰੋ, ਬਚਨ ਸੁਣਦਿਆਂ ਸ਼ਾਂਤੀ ਆ ਜਾਵੇਗੀ, ਨਿਜ ਸਰੂਪ ਦੀ ਲਖਤਾ ਹੋਵੇਗੀ। ਜੇ ਤੂੰ ਕਰਾਮਾਤ ਚਾਹੁੰਦਾ ਹੈ ਤਾਂ ਇਹ ਉੱਥੇ ਕੋਈ ਵੱਡੀ ਗੱਲ ਨਹੀਂ। ਸਵੇਰੇ ਉੱਠ ਸਮਾਨ ਖਰੀਦਿਆਂ ਮਨਸੁਖ ਕਹਿਣ ਲੱਗਾ, ਮੇਰੇ ਘਰ ਇੱਕ ਚੂੜਾ ਹੈ, ਵੇਚਣਾ ਕਿਸੇ ਕੀਮਤ ਤੇ ਨਹੀਂ, ਉਹ ਮੈਂ ਉਹਨਾਂ ਦੀ ਭੇਟਾ ਕਰਾਂਗਾ। ਜੋ ਹੋਰ ਦੂਜਾ ਲੈਣਾ ਹੈ ਤਾਂ ਦੂਜੀ ਰਾਤ ਰਹਿਣਾ ਪਵੇਗਾ।
ਭਾਗੀਰਥ ਨੇ ਕਿਹਾ, ਜਿਵੇਂ ਕਿਸੇ ਤੇ ਸ਼ਰਧਾ ਕਰੋ ਤਾਂ ਉਸ ਦੇ ਦਿੱਤੇ ਹੋਏ ਬਚਨ ਨੂੰ ਪੂਰਾ ਕਰੋ। ਮਨਸੁਖ ਨੇ ਕਿਹਾ, ਮੈਂ ਨਾਲ ਚੱਲਾਂਦਾ ਹਾਂ, ਤੂੰ ਕੁਝ ਦੱਸਣਾ ਨਹੀਂ। ਜੇ ਮੇਰਾ ਨਾਮ ਲੈ ਕੇ ਬੁਲਾ ਲੈਣਗੇ ਤਾਂ ਮੈਂ ਸਮਝਾਂਗਾ ਠੀਕ ਹੈ। ਦੋਵੇਂ ਚੱਲ ਕੇ ਸੁਲਤਾਨਪੁਰ ਪਹੁੰਚ ਗਏ। ਭਗੀਰਥ ਨੇ ਮੱਥਾ ਟੇਕਿਆ। ਸਤਿਗੁਰਾਂ ਨੇ ਕਿਹਾ, ਆਓ ਭਗੀਰਥ ਪਰਉਪਕਾਰੀ। ਪਹਿਲਾਂ ਇਹ ਮਨਸੁਖ ਕੱਚਾ ਸੀ, ਹੁਣ ਨਾਮ ਨੂੰ ਸੱਚਾ ਕਰਨਾ ਚਾਹੁੰਦਾ ਹੈ। ਇਸ ਵਾਸਤੇ ਆਪਣੇ ਨਾਲ ਇਸ ਨੂੰ ਲੈ ਆਏ ਹੋ। ਇਹ ਸੁਣ ਕੇ ਮਨਸੁਖ ਦੌੜ ਕੇ ਚਰਨਾਂ ਨਾਲ ਲਿਪਟ ਗਿਆ ਤੇ ਅੱਖੀਆਂ ਵਿੱਚੋਂ ਨੀਰ ਬਹਾਉਣ ਲੱਗ ਪਿਆ ਤੇ ਕਹਿਣ ਲੱਗਾ, ਅੱਜ ਮੈਨੂੰ ਸੱਚੇ ਗੁਰੂ ਦੀ ਪਹਿਚਾਣ ਹੋ ਗਈ ਹੈ। ਸਭ ਸੁੱਖਾਂ ਦਾ ਦਾਤਾ ਤੇ ਜੀਵਨ ਸਫਲ ਕਰਨ ਵਾਲਾ ਗੁਰੂ ਮੈਨੂੰ ਲੱਭ ਗਿਆ ਹੈ। ਮਹਾਰਾਜ ਜੀ ਨੇ ਮਰਦਾਨੇ ਨੂੰ ਵਿਆਹ ਦੀ ਸਮੱਗਰੀ ਸਾਰੀ ਤੇ ਧਨ ਦੇ ਕੇ ਤਲਵੰਡੀ ਨੂੰ ਤੋਰਿਆ। ਮਨਸੁਖ 2-3 ਦਿਨ ਸੁਲਤਾਨਪੁਰ ਰਿਹਾ। ਬੜੀ ਸ਼ਰਧਾ ਵਧੀ, ਸਿੱਖ ਬਣਿਆ ਤੇ ਬੇਨਤੀ ਕੀਤੀ, ਮਹਾਰਾਜ ਇਹ ਜਗਤ ਦੇ ਬੰਧਨ ਗਰਦੋ ਗੁਬਾਰ ਵਿੱਚੋਂ ਡੁੱਬਣ ਤੋਂ ਮੈਨੂੰ ਬਚਾਓ। ਇਸ ਵਿੱਚ ਦਿਨ ਰਾਤ ਬੜਾ ਭਾਰੀ ਦੁੱਖ ਹੈ, ਅਤੀ ਤ੍ਰਿਸ਼ਨਾ ਵੱਧਦੀ ਹੈ, ਸ਼ਾਂਤੀ ਨਹੀਂ। ਮਹਾਰਾਜ ਬੋਲੇ, ਸੁਣ ਭਾਈ ਮਨਮੁਖ, ਇਸ ਸੰਸਾਰ ਨੂੰ ਹਉਮੈ ਦਾ ਰੋਗ ਲੱਗਾ ਹੋਇਆ ਹੈ, ਮਨ ਵਿੱਚ ਹਉਮੈ ਭਰਿਆ ਹੋਇਆ ਹੈ। ਇਸੇ ਤਰ੍ਹਾਂ ਦੇਹ ਆਦਿਕ ਤੇ ਹੋਰ ਅਧਿਕ ਪਦਾਰਥ ਜਿਨ੍ਹਾਂ ਦੀ ਮਮਤਾ ਵਿੱਚ ਦੁੱਖ ਤੇ ਬੰਧਨ ਆਪਣੇ ਬਣਾਏ ਹੋਏ ਜੀਵ ਜਗਤ ਦੇ ਵਿੱਚ ਜਨਮ ਮਰਨ ਦੇ ਦੁੱਖ ਭੋਗ ਰਿਹਾ ਹੈ। ਇਹ ਸਭ ਹਉਮੈ ਦਾ ਸ਼ਿਕਾਰ ਹੈ। ਹਉਮੈ ਨੇ ਸਭ ਜੀਵਾਂ ਨੂੰ ਭੁਲਾ ਕੇ ਪੁੱਠੇ ਰਸਤੇ ਪਾ ਰੱਖਿਆ ਹੈ। ਇਸ ਵਾਸਤੇ ਹਉਮੈ ਦਾ ਤਿਆਗ ਕਰਕੇ ਸਤਨਾਮ ਦਾ ਸਿਮਰਨ ਕਰੋ। ਪ੍ਰਭੂ ਦਾ ਭਾਣਾ ਮਿੱਠਾ ਕਰਕੇ ਮੰਨੋ, ਉਸ ਨੂੰ ਦੋਸ਼ ਨਾ ਦੇਵੋ। ਮਨਸੁਖ ਸਿੱਖ ਬਣ ਕੇ ਸ਼ਾਂਤੀ ਉਪਦੇਸ਼ ਲੈ ਕੇ ਘਰ ਨੂੰ ਗਿਆ। ਇਸ ਤਰ੍ਹਾਂ ਸੁਲਤਾਨਪੁਰ ਮੋਦੀਖਾਨੇ ਵਿੱਚ ਲੋਕਾਂ ਦਾ ਉਧਾਰ ਕਰਦੇ ਰਹੇ। ਪਰ ਇੱਕ ਦਿਨ ਚੁਗਲਖੋਰ ਨੇ ਨਵਾਬ ਦੇ ਕੰਨ ਭਰੇ। ਕਿਹਾ, ਤੁਸੀਂ ਜਿਹੜਾ ਮੋਦੀਖਾਨੇ ਵਿੱਚ ਮੋਦੀਖਾਨੇ ਨੂੰ ਚਲਾਉਣ ਵਾਸਤੇ ਰੱਖਿਆ ਹੈ, ਉਹ ਸਾਰਾ ਹੀ ਸਮਾਨ ਇਸੇ ਤਰ੍ਹਾਂ ਹੀ ਲੁਟਾਈ ਜਾਂਦਾ ਹੈ, ਪਤਾ ਨਹੀਂ ਕੀ ਕੀ ਕਰਦਾ ਹੈ। ਤੇ ਨਵਾਬ ਨੇ ਹਿਸਾਬ ਕਿਤਾਬ ਲੈਣ ਲਈ ਠਾਣ ਲਈ। ਇਸ ਤਰ੍ਹਾਂ ਚੁਗਲਖੋਰ ਦੇ ਕਹਿਣ ਤੇ ਨਵਾਬ ਨੇ ਸਾਰੀ ਭਰੀ ਸਭਾ ਵਿੱਚ ਹਿਸਾਬ ਕਿਤਾਬ ਕਰਨ ਲਈ ਕਹਿ ਦਿੱਤਾ। ਫਿਰ ਕੀ ਸੀ, ਭਰੀ ਸਭਾ ਵਿੱਚ ਹਿਸਾਬ ਕਿਤਾਬ ਹੋਣ ਲੱਗਾ। ਭੈਣ ਨਾਨਕੀ ਤੇ ਜੀਜਾ ਜੈ ਰਾਮ ਡਰਨ ਲੱਗੇ ਕਿ ਪਤਾ ਨਹੀਂ ਕਿਤਨੀ ਕੁ ਰਕਮ ਦੇਣੀ ਪਵੇਗੀ। ਸਾਰੀਆਂ ਹੀ ਵਹੀਆਂ ਕੱਢ ਕੇ ਬਾਹਰ ਰੱਖ ਦਿੱਤੀਆਂ, ਪਰ ਹਿਸਾਬ ਕਿਤਾਬ ਕਰਦਿਆਂ ਉਲਟਾ 500 ਰੁਪਈਆ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਨੇ ਦੇਣਾ ਸੀ। ਤੇ ਗੁਰੂ ਨਾਨਕ ਦੇਵ ਜੀ ਭਰੀ ਸਭਾ ਵਿੱਚ ਜਿੱਤ ਗਏ ਤੇ ਚੁਗਲਖੋਰ ਸਿਰ ਨੀਵਾਂ ਕਰਕੇ ਉੱਥੋਂ ਨਿਕਲ ਗਏ। ਨਵਾਬ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਮੈਂ ਤੇਰੀ ਕਾਰ ਤੋਂ ਬਹੁਤ ਖੁਸ਼ ਹਾਂ, ਤੂੰ ਫਿਰ ਮੋਦੀਖਾਨਾ ਸੰਭਾਲ ਲੈ। ਪਰ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਬਸ ਤੇਰਾ ਮੇਰਾ ਹਿਸਾਬ ਇੰਨਾ ਕੀ ਸੀ। ਸਤ ਕਰਤਾਰ ਕਹਿ ਕੇ ਉੱਥੋਂ ਚੱਲ ਪਏ। ਇਸ ਦੇ ਨਾਲ ਹੀ ਮੋਦੀਖਾਨੇ ਦੀ ਕਿਰਤ ਖਤਮ ਹੋ ਗਈ। ਇਸ ਆਸਰੇ ਵਿੱਚ ਬੀਬੀ ਨਾਨਕੀ ਦੀ ਪ੍ਰੇਰਣਾ ਦਾ ਸਦਕਾ ਗੁਰੂ ਨਾਨਕ ਦੇਵ ਜੀ ਦਾ ਵਿਆਹ ਜੇਠ ਸੰਮਤ 1544 ਵਿੱਚ ਪੱਖੋ ਕੇ ਰੰਧਾਵੇ ਤੇ ਬਟਾਲੇ ਦੇ ਵਸਨੀਕ ਮੂਲ ਚੰਦ ਦੀ ਸਪੁੱਤਰੀ ਸ਼੍ਰੀ ਸੁਲੱਖਣੀ ਜੀ ਨਾਲ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੋ ਚੁੱਕਾ ਸੀ। ਆਪ ਜੀ ਪੂਰੇ ਗ੍ਰਸਤੀ ਬਣੇ ਹੋਏ ਸਨ। 2 ਸਾਹਿਬਜ਼ਾਦੇ ਵੀ ਇਸੇ ਸੁਲਤਾਨਪੁਰ ਵਿੱਚ ਹੀ ਹੋਏ। ਸ਼੍ਰੀ ਚੰਦ ਜੀ ਦਾ ਜਨਮ ਭਾਦੋ ਸੁਦੀ 9ਵੀਂ ਸੰਮਤ 1551 ਨੂੰ ਹੋਇਆ। ਛੋਟੇ ਸ੍ਰੀ ਲਖਮੀ ਦਾਸ ਜੀ ਦਾ ਜਨਮ 1553 ਨੂੰ। ਸੁਲਤਾਨਪੁਰ ਦੀ ਵੇਹੀ ਨਾਨਕ ਨੂੰ ਭਾਗ ਲਾਏ, ਚੁੱਭਾ ਮਾਰ ਕੇ ਅਲੋਪ ਹੋ ਗਏ ਤੇ ਸੱਚਖੰਡ ਵਿੱਚ ਪੁੱਜੇ। ਭਾਈ ਗੁਰਦਾਸ ਜੀ ਲਿਖਦੇ ਹਨ, ਬਾਬਾ ਬੈਠਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ, ਬਾਬਾ ਦੇਖੇ ਧਿਆਨ ਤਰ ਜਲਤੀ ਸਭ ਪ੍ਰਿਥਵੀ ਦਿਸ ਆਈ, ਬਾਜੇ ਗੁਰੂ ਗਵਾਰ ਹੈ ਕਰਦੀ ਸੁਣੀ ਲੁਕਾਈ। 16 ਬਹਿਰਾਂ ਪਿੱਛੋਂ ਉੱਥੋਂ ਵਾਪਸ ਆਏ। ਜਿੱਥੇ ਚੁੱਭਾ ਮਾਰਿਆ ਸੀ
ਤੇ ਰੋਜ਼ ਇਸ਼ਨਾਨ ਕਰਕੇ ਭਜਨ ਕਰਿਆ ਕਰਦੇ ਸਨ। ਉਹ ਬੇਰੀ ਬੇਈ ਕੰਢੇ ਹੁਣ ਤੱਕ ਯਾਦਗਾਰ ਹੈ। ਗੁਰਦੁਆਰਾ ਬੇਰ ਸਾਹਿਬ ਜਿੱਥੇ ਬੇਈ ਵਿੱਚੋਂ ਨਿਕਲ ਕੇ ਬੈਠੇ ਰਹੇ, ਉੱਥੇ ਹੁਣ ਸੰਤ ਘਾਟ ਗੁਰਦੁਆਰਾ ਪ੍ਰਸਿੱਧ ਹੈ। ਇੱਥੇ ਹੀ ਗੁਰੂ ਜੀ ਨੇ ਬਹੁਤ ਸਾਰੇ ਜੀਵਾਂ ਦਾ ਉਧਾਰ ਕੀਤਾ ਸੀ, ਉਹਨਾਂ ਨੂੰ ਸਿੱਧੇ ਰਸਤੇ ਪਾਇਆ ਸੀ। ਇੱਥੇ ਹੀ ਮੂਲਾਂ ਤੇ ਨਵਾਬ ਨੂੰ ਮਨ ਦੀ ਅਵਸਥਾ ਦੱਸੀ ਸੀ। ਮਸੀਤ ਵਿੱਚ ਨਮਾਜ਼ ਪੜ੍ਹਨ ਗਿਆ ਕਿ ਤੁਹਾਡਾ ਮਨ ਕਿੱਥੇ ਹੈ ਜਿਸ ਨੇ ਨਮਾਜ਼ ਪੜ੍ਹਨੀ ਹੈ। ਕਾਜੀ ਜੀ ਘਰ ਦੌੜੇ ਫਿਰਦੇ ਹਨ। ਬਸ਼ੇਰੀ ਟੋਏ ਵਿੱਚ ਨਾ ਜਾ ਪਵੇ ਤੇ ਨਵਾਬ ਕਾਬਲ ਵਿੱਚ ਘੋੜੇ ਖਰੀਦਦਾ ਫਿਰਦਾ ਹੈ। ਇਸ ਯਾਦਗਾਰ ਦਾ ਨਾਮ ਅੰਤਰਯਾਮਤਾ ਹੈ। ਆਖਰ ਬਾਬਾ ਜੀ ਨੇ ਮਰਦਾਨੇ ਨੂੰ ਭੇਜ ਕੇ ਭਾਈ ਫਿਰੰਦੇ ਕੋਲੋਂ ਰਵਾਬ ਮੰਗਵਾਇਆ ਤੇ ਤਿਆਰੀ ਕਰ ਲਈ ਸੁਲਤਾਨਪੁਰ ਤੋਂ ਜਾਣ ਦੀ। ਬਾਬੇ ਵੇਖ ਬਣਾਇਆ ਉਦਾਸੀ ਕੀ ਰੀਤ ਚਲਾਈ, ਚੜ੍ਹਿਆ ਸੋਧਣ ਤਰਤ ਲੁਕਾਈ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।